ਗੁੱਡ ਮੋਰਨਿੰਗ ਫਰੈਂਡਸ। ਅਤੇ ਮੈਂ ਤੁਹਾਨੂੰ ਜਿਹੜੀ ਹੈਗੀ ਆਪਣੀ ਮੈਡੀਵਲ ਹਿਸਟਰੀ ਆ ਉਹਦਾ ਫਸਟ ਟੋਪਿਕ ਆ ਜਿਹੜਾ ਉਹ ਪੜ੍ਹਾਉਣ ਜਾ ਰਹੀ ਹਾਂ, ਜਿਹਦਾ ਨਾਂ ਹੈਗਾ ਮੈਡੀਵਲ ਇੰਡੀਆ। ਜੀ ਟੋਪਿਕ NCERT ਦੀ ਬੁੱਕ 'ਚੋਂ ਲਏ ਗਏ ਆ, ਕਿਉਂਕਿ ਨਾ ਹਰ ਇੱਕ ਕੰਪੀਟੀਸ਼ਨ ਐਗਜ਼ਾਮ ਦੇ ਲਈ ਜਿਹੜੀ NCERT ਆ ਬਹੁਤ ਇੰਪੋਰਟੈਂਟ ਹੁੰਦੀ ਆ। ਡਾਇਰੈਕਟਲੀ ਜਾਂ ਇਨਡਾਇਰੈਕਟਲੀ ਬਹੁਤ ਸਾਰੇ ਕੁਐਸਚਨ ਨੇ ਜਿਹੜੇ NCERT 'ਚੋਂ ਪੁੱਛੇ ਜਾਂਦੇ ਆ। ਅੱਜ ਦਾ ਸਾਡਾ ਟੋਪਿਕ ਹੈਗਾ ਦ ਮੈਡੀਵਲ ਇੰਡੀਆ। ਵੀ ਹੈਵ ਸਟੱਡੀਡ ਇਨ the 6th class that how early man became a gatherer from a hunter। ਕਹਿੰਦੇ ਤੁਸੀਂ 6th ਕਲਾਸ ਵਿੱਚ ਜਿਹੜਾ ਹੈਗਾ ਇਹ ਪੜ੍ਹਿਆ ਹੋਇਆ ਹੈ ਕਿ ਜਿਹੜਾ ਅਰਲੀ ਮੈਨ ਆ ਹੈ ਨਾ ਉਹ ਕਿਵੇਂ ਇੱਕ ਹੰਟਰ ਮਤਲਬ ਕਿ ਇੱਕ ਸ਼ਿਕਾਰੀ ਤੋਂ ਕਿਵੇਂ ਇੱਕ ਗੈਦਰਰ ਕਿ ਖਾਦ ਸੰਗ੍ਰਹਿਕ ਭੋਜਨ ਇਕੱਠਾ ਕਰਨ ਵਾਲਾ ਬਣਿਆ। ਠੀਕ ਹੈ। ਹਾਊ ਡਿਡ ਹਿਊਮਨ ਸਟਾਰਟਡ ਗਰੋਇੰਗ ਡਿਫਰੈਂਟ ਕ੍ਰੌਪਸ। ਹਾਊ ਡਿਡ ਹੀ ਇਸਟੈਬਲਿਸ਼ਡ ਮਹਾਜਨਪਦ ਫਰੋਮ ਸਮਾਲ ਟਰਾਈਬਸ। ਅਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਕਿਵੇਂ ਉਹਨੇ ਕੀ ਸੀ ਹੌਲੀ ਹੌਲੀ ਜਿਹੜਾ ਹੈਗਾ ਗਰੋਇੰਗ ਡਿਫਰੈਂਟ ਕ੍ਰੌਪਸ ਅਲੱਗ ਅਲੱਗ ਤਰ੍ਹਾਂ ਦੀਆਂ ਫਸਲਾਂ ਉਗਾਉਣੀਆਂ ਸ਼ੁਰੂ ਕੀਤੀਆਂ। ਠੀਕ ਆ। ਫਿਰ ਕਿਵੇਂ ਉਹਨੇ ਜਿਹੜੇ ਹੈਗੇ ਆ 16 ਮਹਾਜਨਪਦ ਜਿਹੜੇ ਸੀ ਉਹ ਜਿਹੜੇ ਬਣਾਏ ਸੀਗੇ ਨਾ ਉਹ ਵਸਾਏ ਸੀਗੇ, ਉਹਦੇ ਬਾਰੇ ਦੱਸਿਆ ਹੋਇਆ। ਇਨ ਦਾ ਬਿਗਨਿੰਗ ਹਿਊਮਨ ਬੀਇੰਗਸ ਲਿਵਡ ਐਟ ਦਾ ਬੈਂਕਸ ਆਫ ਰਿਵਰ। ਇਹ ਇੰਪੋਰਟੈਂਟ ਫੈਕਟ ਆ ਕਿ ਸ਼ੁਰੂ ਵਿੱਚ ਜਿਹੜੇ ਹਿਊਮਨ ਬੀਇੰਗ ਸੀ ਉਹਨਾਂ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ ਸੀ, ਬੈਂਕਸ ਆਫ ਰਿਵਰ, ਨਦੀਆਂ ਦੇ ਕਿਨਾਰਿਆਂ 'ਤੇ। ਬਟ ਡਿਊ ਟੂ ਇਨਕਰੀਜ਼ ਇਨ ਪਾਪੂਲੇਸ਼ਨ, ਪਰ ਜਿਵੇਂ ਜਿਵੇਂ ਫਿਰ ਪਾਪੂਲੇਸ਼ਨ ਵੱਧਦੀ ਗਈ ਤਾਂ ਕੀ ਸੀਗਾ ਕਿ ਅਦਰ ਸੋਰਸ ਆਫ ਵਾਟਰ ਦੇ ਸਟਾਰਟਡ ਲਿਵਿੰਗ ਅਵੇ ਫਰੋਮ ਦਾ ਬੈਂਕ ਆਫ ਰਿਵਰਸ, ਕਿ ਪਾਣੀ ਦੇ ਹੋਰ ਸੋਰਸ ਵੀ ਵੱਧ ਗਏ ਅਤੇ ਜਿਹੜੀ ਪਾਪੂਲੇਸ਼ਨ ਸੀ ਨਦੀਆਂ ਦੇ ਕਿਨਾਰੇ 'ਤੇ ਉਹ ਵੀ ਵਧਣ ਲੱਗ ਗਈ। ਤਾਂ ਉਹਨਾਂ ਨੇ ਕੀ ਕੀਤਾ ਕਿ ਉੱਥੋਂ ਜਾਣਾ ਸ਼ੁਰੂ ਕਰ ਦਿੱਤਾ। ਠੀਕ ਆ, ਪਾਣੀ ਦੇ ਹੋਰ ਸੋਰਸ ਵੱਲ। ਯੂ ਮੇ ਸੀ ਇਨ ਦਾ ਮੈਪ ਆਫ ਦੈਟ a subcontinent is a big geographical unit which looks separate from the main continent Asia। ਫਿਰ ਉਹਨੇ ਕਿਹਾ ਕਿ ਅੱਗੇ ਜਿਹੜਾ ਹੈਗਾ ਭਾਰਤ ਦਾ ਨਕਸ਼ਾ ਬਣਿਆ ਹੋਇਆ ਉਹ ਤੁਸੀਂ ਦੇਖ ਸਕਦੇ ਹੋ। ਭਾਰਤੀ ਉਪ ਮਹਾਦੀਪ ਦਾ ਕਿ ਇੱਕ ਉਪ ਮਹਾਦੀਪ ਆ ਜਿਹੜੀ ਕਿੱਡੀ ਵੱਡੀ ਭੂਗੋਲਿਕ ਇਕਾਈ ਆ ਅਤੇ ਜਿਹੜੀ ਬਾਕੀ ਮਹਾਦੀਪਾਂ ਤੋਂ ਵੱਖਰੀ ਆ। ਹਾਂਜੀ, ਨੈਕਸਟ ਹੈ ਆਪਣਾ ਟਰਮਸ ਯੂਜ਼ਡ ਟੂ ਡਿਸਕ੍ਰਾਈਬ ਦਾ ਇੰਡੀਅਨ ਸਬਕੋਂਟੀਨੈਂਟ, ਕਿ ਭਾਰਤੀ ਉਪ ਮਹਾਦੀਪ ਆ ਜਿਹੜਾ ਉਹਨੂੰ ਐਕਸਪਲੇਨ ਕਰਨ ਲਈ, ਉਹਦਾ ਵਰਣਨ ਕਰਨ ਲਈ ਜਿਹੜੇ ਹੈਗੇ ਆ ਕਈ ਨਾਂ ਰੱਖੇ ਗਏ ਨੇ। ਉਹ ਕਿਹੜੇ ਕਿਹੜੇ ਨੇ? ਦਾ ਇੰਡੀਅਨ ਸਬਕੋਂਟੀਨੈਂਟ ਕੰਪੇਰਾਈਜ਼ਿੰਗ ਦਾ ਪ੍ਰੈਜੈਂਟ 6 ਕੰਟਰੀਜ਼ ਆਫ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, Bangladesh and India। In the past it was known as ਹਿੰਦੁਸਤਾਨ ਔਰ ਭਾਰਤ ਵਰਸ। ਦੇਖੋ ਹੁਣ ਜਿਹੜਾ ਭਾਰਤੀ ਉਪ ਮਹਾਦੀਪ ਹੈ ਨਾ, ਇੰਡੀਅਨ ਸਬ ਕੰਟੀਨੈਂਟ ਦੀ ਗੱਲ ਕੀਤੀ ਗਈ ਆ, ਉਹਦੇ ਵਿੱਚ ਜੇ ਆਪਾਂ ਦੇਖੀਏ ਕਿ ਪੂਰਵ ਕਾਲ ਤੋਂ ਹਿੰਦੁਸਤਾਨ ਜਾਂ ਭਾਰਤ ਵਰਸ ਜਿਹੜਾ ਸੀਗਾ ਉਹਨੂੰ ਕਿਹਾ ਜਾਂਦਾ ਸੀਗਾ। ਉਹਦੇ ਵਿੱਚ ਸਿਰਫ ਭਾਰਤ ਸ਼ਾਮਿਲ ਨਹੀਂ ਸੀਗਾ, ਉਹਦੇ ਵਿੱਚ 6 ਦੇਸ਼ ਜਿਹੜੇ ਸੀ ਹੋਰ ਸ਼ਾਮਿਲ ਸੀ। ਕਿਹੜੇ ਕਿਹੜੇ ਸੀਗੇ ਉਹ 6 ਦੇਸ਼? ਦੇਖੋ, ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਇੰਡੀਆ, ਇਹਨਾਂ ਸਾਰਿਆਂ ਨੂੰ ਮਿਲਾ ਕੇ ਜਿਹੜਾ ਹੈਗਾ ਵਾ ਇੰਡੀਅਨ ਸਬ ਕੰਟੀਨੈਂਟ ਬਣਦਾ ਵਾ। ਨੈਕਸਟ ਆਪਾਂ ਦੇਖਦੇ ਹਾਂ ਨਿਊ ਐਂਡ ਓਲਡ ਟਰਮਸ। ਹਿਸਟਰੀ ਗੇਵ ਦਾ ਵੇਰੀਅਸ ਨੇਮਸ ਟੂ ਇੰਡੀਆ ਇਨ ਡਿਫਰੈਂਟ ਪੀਰੀਅਡਸ। ਹਿਸਟਰੀ ਜਿਹੜਾ ਇਤਿਹਾਸ ਆ ਉਹਨੇ ਭਾਰਤ ਨੂੰ ਭਿੰਨ ਭਿੰਨ ਯੁੱਗਾਂ ਵਿੱਚ ਜਿਹੜੇ ਹੈਗੇ ਆ ਭਿੰਨ ਭਿੰਨ ਹੀ ਨਾਮ ਦਿੱਤੇ ਨੇ। ਉਹ ਨਾਮ ਕਿਹੜੇ ਦਿੱਤੇ ਨੇ, ਕਿਹੜੇ ਪੀਰੀਅਡ ਵਿੱਚ ਦਿੱਤੇ ਨੇ, ਉਹਨਾਂ ਬਾਰੇ ਪੜ੍ਹਦੇ ਹਾਂ। ਇਨ ਵੈਦਿਕ ਪੀਰੀਅਡ, ਇਨ ਵੈਦਿਕ ਪੀਰੀਅਡ ਵਿੱਚ ਇਟ ਵਾਜ ਨੋਨ ਐਜ਼ ਆਰੀਆਵਰਤ। ਇਹਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ? ਆਰੀਆਵਰਤ। ਹੁਣ ਆਰੀਆਵਰਤ ਵਰਡ ਆ ਜਿਹੜਾ ਉਹਦਾ ਵਰਡ ਮੀਨਿੰਗ ਕੀ ਆ? ਦੈਟ ਮੀਨਸ ਕੰਟਰੀ ਆਫ ਆਰੀਅਨਸ, ਕਿ ਆਰੀਆ ਦਾ ਦੇਸ਼। ਇਟ ਵਾਜ ਕਾਲਡ ਭਾਰਤ ਵਰਸ਼ਾ। ਫਿਰ ਭਾਰਤ ਆ ਜਿਹੜਾ ਉਹਨੂੰ ਭਾਰਤ ਵਰਸ਼ਾ ਵੀ ਕਿਹਾ। ਐਟ ਦਾ ਨੇਮ ਆਫ ਕਿੰਗ ਭਾਰਤ, ਕਿਹਦੇ ਨਾਂ 'ਤੇ? ਕਿ ਉਸ ਸਮੇਂ ਜਿਹੜਾ ਸੀਗਾ ਇੰਡੀਆ ਵਿੱਚ ਭਾਰਤ ਨਾਂ ਦਾ ਇੱਕ ਰਾਜਾ ਰਾਜ ਕਰਦਾ ਸੀਗਾ, ਉਹਦੇ ਨਾਂ 'ਤੇ ਜਿਹੜਾ ਇੰਡੀਆ ਸੀ ਉਹਨੂੰ ਭਾਰਤ ਵਰਸ਼ ਦਾ ਨਾਮ ਦਿੱਤਾ ਗਿਆ ਸੀ। ਦਾ ਟਾਈਮ ਆਫ ਮਹਾਭਾਰਤ ਐਂਡ ਪੁਰਾਣ, ਇਹ ਨਾਮ ਮਹਾਭਾਰਤ ਅਤੇ ਪੁਰਾਣਾਂ ਦੇ ਵਿੱਚ ਦਿੱਤਾ ਗਿਆ ਵਾ ਇੰਡੀਆ ਨੂੰ। ਅੱਗੇ ਹੈਗਾ ਦਾ ਇਰਾਨਜ਼ ਯੂਜ਼ਡ ਦਾ ਟਰਮ ਹਿੰਦੂ ਫॉर ਇੰਡੀਆ। ਫਿਰ ਜਦੋਂ ਇਰਾਨਜ਼ ਆ ਜਿਹੜੇ ਹੈ ਨਾ ਉਹ ਭਾਰਤ ਆਏ, ਉਹਨਾਂ ਨੇ ਉਹਨੂੰ ਕਾਹਦਾ ਨਾਮ ਦਿੱਤਾ? ਹਿੰਦੂ ਦਾ ਨਾਮ ਦਿੱਤਾ, ਫॉर ਇੰਡੀਆ। ਦਾ ਗ੍ਰੀਕ ਯੂਜ਼ਡ ਦਾ ਟਰਮ ਇੰਡਸ। ਫਿਰ ਜਦੋਂ ਗ੍ਰੀਕ ਯੂਨਾਨੀ ਭਾਰਤ ਆਏ ਉਹਨਾਂ ਨੇ ਇੰਡਸ ਦਾ ਨਾਮ ਦਿੱਤਾ। ਇਨ ਬਾਈਬਲ ਹੋਡੂ ਟਰਮ ਇਜ਼ ਯੂਜ਼ਡ ਫॉर ਇਟ। ਫਿਰ ਬਾਈਬਲ ਆ ਜਿਹੜਾ ਈਸਾਈਆਂ ਦਾ ਧਾਰਮਿਕ ਗ੍ਰੰਥ ਆ ਉਹਦੇ ਵਿੱਚ ਭਾਰਤ ਨੂੰ ਹੋਡੂ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਵੈਨ ਬੁੱਧਿਜ਼ਮ ਵਾਜ਼
ਇੰਟਰੋਡਿਊਸਡ ਇਨ ਚਾਈਨਾ। ਫਿਰ ਜਦੋਂ ਚਾਈਨਾ ਵਿੱਚ ਬੁੱਧ ਧਰਮ ਦਾ ਪ੍ਰਸਾਰ ਹੋਇਆ, ਠੀਕ ਹੈ, ਦ ਚਾਈਨੀਜ਼ ਯੂਜ਼ਡ ਦਾ ਟਰਮ ਟਾਈਚੂ ਫॉर ਇੰਡੀਆ। ਤਾਂ ਜਿਹੜੇ ਚਾਈਨੀਜ਼ ਸੀ ਉਹਨਾਂ ਨੇ ਇੰਡੀਆ ਲਈ ਕਿਹੜੀ ਟਰਮ ਯੂਜ਼ ਕੀਤੀ, ਕਿਹੜਾ ਨਾਮ ਯੂਜ਼ ਕੀਤਾ, ਟਾਈਚੂ ਦਾ। ਆਫਟਰ ਹਿਊਨਸਾਂਗ, ਹਿਊਨਸਾਂਗ ਇੱਕ ਚੀਨੀ ਯਾਤਰੀ ਸੀ, ਉਹਦੇ ਬਾਰੇ ਆਪਾਂ ਕਾਫੀ ਪੜ੍ਹਿਆ ਵਾ ਐਂਸੀਐਂਟ ਹਿਸਟਰੀ ਦੇ ਵਿੱਚ। ਵਿਜ਼ਟ ਐਨ ਅਦਰ ਟਰਮ ਹਿਆਨ ਟੂ ਯੂਜ਼ਡ ਫॉर ਇੰਡੀਆ। ਜਦੋਂ ਉਹ ਭਾਰਤ ਤੱਕ ਗਿਆ ਤਾਂ ਉਹ ਤੋਂ ਬਾਅਦ ਇੰਡੀਆ ਨੂੰ ਕੀ ਕਹਿਣ ਲੱਗ ਗਏ, ਇਨਟੂ, ਠੀਕ ਹੈ। ਗਏਗਾ ਟਾਈਮ ਫਰੇਮ ਆਫ ਦਾ ਮੈਡੀਵਲ ਪੀਰੀਅਡ ਆਫ ਇੰਡੀਅਨ ਹਿਸਟਰੀ। ਹੁਣ ਜਿਹੜਾ ਭਾਰਤੀ ਇਤਿਹਾਸ ਆ ਉਹਦੇ ਮੱਧਕਾਲੀਨ ਯੁੱਗ ਦਾ ਸਮਾਂ ਯੋਜਨਾ ਜਿਹੜਾ ਸੀ ਉਹ ਕੀ ਸੀ, ਦੇਖਦੇ ਹਾਂ। ਜਨਰਲੀ ਆਮ ਤੌਰ 'ਤੇ ਜੇ ਆਪਾਂ ਕਹੀਏ ਦਾ ਹਿਸਟਰੀ ਆਫ ਐਵਰੀ ਕੰਟਰੀ ਇਜ਼ ਡਿਵਾਈਡਡ ਇਨਟੂ 3 ਪੀਰੀਅਡਸ, ਕਿ ਹਰੇਕ ਦੇਸ਼ ਦਾ ਇਤਿਹਾਸ ਆ ਜਿਹੜਾ ਉਹਨੂੰ ਕਿੰਨੇ ਪੀਰੀਅਡਸ ਵਿੱਚ ਡਿਵਾਈਡ ਕੀਤਾ ਗਿਆ ਵਾ, 3 ਪੀਰੀਅਡਸ ਦੇ ਵਿੱਚ। ਉਹ 3 ਪੀਰੀਅਡਸ ਕਿਹੜੇ ਨੇ, ਐਂਸੀਐਂਟ, ਮੈਡੀਵਲ ਐਂਡ ਮਾਡਰਨ, ਭਾਵ ਪੁਰਾਤਨ, ਮੱਧਕਾਲੀਨ ਅਤੇ ਆਧੁਨਿਕ। ਦਾ ਪੀਰੀਅਡ ਬਿਟਵੀਨ ਦਾ ਐਂਸੀਐਂਟ ਐਂਡ, ਹੁਣ ਜਿਹੜਾ ਪੀਰੀਅਡ ਕਿਹਦੇ ਵਿਚਕਾਰ ਦਾ ਵਾ, ਐਂਸੀਐਂਟ ਐਂਡ ਚਲੋ ਇਹਨੂੰ ਬਾਅਦ 'ਚ ਦੇਖਦੇ ਹਾਂ, ਪਹਿਲਾਂ ਆਪਾਂ ਮੈਪ ਦੇਖਦੇ ਹਾਂ ਕਿ ਭਾਰਤ ਜਿਹੜਾ ਸਬ ਕੰਟੀਨੈਂਟ ਆ, ਹੈ ਨਾ, ਇੰਡੀਆ ਸਬ ਕੰਟੀਨੈਂਟ ਆ ਜਿਹੜਾ, ਉਹਦੇ ਅੰਡਰ ਕਿਹੜੇ ਕਿਹੜੇ ਦੇਸ਼ ਆਉਂਦੇ ਸੀਗੇ। ਦੇਖੋ ਉਹਦਾ ਏਰੀਆ ਕਿੱਥੋਂ ਤੱਕ ਸੀ, ਪਾਕਿਸਤਾਨ ਵੀ ਉਸ ਦੇ ਅੰਡਰ ਆਉਂਦਾ ਸੀਗਾ, ਭੂਟਾਨ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਹੈ ਨਾ। ਇਹ ਤੋਂ ਬਿਨਾਂ ਜਿਹੜਾ ਹੈਗਾ ਅਫਗਾਨਿਸਤਾਨ ਆ ਜਿਹੜਾ, ਉਹ ਵੀ ਇਹਦੇ ਅੰਡਰ ਆਉਂਦਾ ਸੀਗਾ। ਮਾਡਰਨ ਪੀਰੀਅਡ, ਆਧੁਨਿਕ ਪੀਰੀਅਡ, ਉਹਦੇ ਸੈਂਟਰ ਵਾਲਾ ਜਿਹੜਾ ਪੀਰੀਅਡ ਆ ਉਹਨੂੰ ਕੀ ਕਹਿੰਦੇ ਆ, ਮੈਡੀਵਲ ਪੀਰੀਅਡ ਕਿਹਾ ਜਾਂਦਾ ਉਹਨੂੰ। ਇਨ ਇੰਡੀਆ ਦਾ ਮੈਡੀਵਲ ਪੀਰੀਅਡ ਸਟਰੈਚਸ ਫਰੋਮ ਦਾ 8th to 18th ਸੈਂਚੁਰੀ। ਇੰਡੀਆ ਦੇ ਵਿੱਚ ਜਿਹੜਾ ਹੈਗਾ ਮੈਡੀਵਲ ਪੀਰੀਅਡ ਕਦੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਵਾ ਕਿ ਇਹ 8ਵੀਂ ਸਦੀ ਦੇ ਕਰੀਬ ਸ਼ੁਰੂ ਹੋਇਆ ਅਤੇ ਕਦੋਂ ਤੱਕ ਗਿਆ, 18th ਸੈਂਚੁਰੀ, 18ਵੀਂ ਸਦੀ ਤੱਕ ਇਹ ਗਿਆ ਵਾ। 8ਵੀਂ ਤੋਂ ਲੈ ਕੇ 18ਵੀਂ ਸਦੀ ਤੱਕ ਦਾ ਜਿਹੜਾ ਟਾਈਮ ਪੀਰੀਅਡ ਆ ਇੰਡੀਆ ਦਾ, ਉਹਨੂੰ ਆਪਾਂ ਮੱਧਕਾਲੀਨ ਜਾਂ ਮੈਡੀਵਲ ਹਿਸਟਰੀ ਦੇ ਨਾਮ ਨਾਲ ਜਾਣਦੇ ਹਾਂ। ਦਾ 8th ਸੈਂਚੁਰੀ ਹੈਜ਼ ਬੀਨ ਟੇਕਨ ਐਜ਼ ਦਾ ਬਿਗਨਿੰਗ ਆਫ ਦਾ ਮੈਡੀਵਲ ਪੀਰੀਅਡ। ਜਿਹੜੀ ਇਹ ਨਾ ਆਪਾਂ ਕਹੀਏ ਕਿ 8ਵੀਂ ਸਦੀ ਆ, ਠੀਕ ਆ, ਉਹਨੂੰ ਆਪਾਂ ਸਟਾਰਟਿੰਗ ਕਹਿ ਸਕਦੇ ਹਾਂ ਮੈਡੀਵਲ ਪੀਰੀਅਡ ਦੀ, ਕਿ ਉੱਥੋਂ ਸਟਾਰਟਿੰਗ ਹੋਈ ਆ। ਇੰਡੀਆ ਐਜ਼ ਮੈਨੀ ਚੇਂਜਸ ਇਨ ਸੁਸਾਇਟੀ, ਇੰਡੀਆ ਦੀ ਸੁਸਾਇਟੀ ਵਿੱਚ, ਇੰਡੀਆ ਦੀ ਪੋਲੀਟਿਕਸ ਵਿੱਚ, ਇੰਡੀਆ ਦੀ ਇਕੋਨਮੀ ਵਿੱਚ, ਕਲਚਰ ਵਿੱਚ, ਹੈ ਨਾ, ਰਿਲੀਜਨ, ਧਰਮ ਦੇ ਵਿੱਚ ਬਟ ਟੇਕਿੰਗ ਪਲੇਸ, ਬਹੁਤ ਸਾਰੇ ਜਿਹੜੇ ਹੈਗੇ ਆ ਬਦਲਾਅ ਆ ਉਸ ਸਮੇਂ। ਸਿਮਿਲਰਲੀ ਦਾ ਬ੍ਰੇਕਅਪ ਆਫ ਦਾ ਮੁਗਲ empire and coming of the British into power in about the middle of the 18th century। ਜਿਵੇਂ ਹੀ ਕਹਿੰਦੇ ਕੀ ਆ ਕਿ ਮੁਗਲ ਅੰਪਾਇਰ ਆ ਜਿਹੜਾ ਥੋੜ੍ਹਾ ਕਮਜ਼ੋਰ ਹੋਇਆ ਤਾਂ ਕਿਹਦੀ ਐਂਟਰੀ ਹੋ ਗਈ, ਬ੍ਰਿਟਿਸ਼ ਜਿਹੜੇ ਹੈ ਅੰਗਰੇਜ਼, ਉਹਨਾਂ ਦੀ ਭਾਰਤ ਵਿੱਚ ਐਂਟਰੀ ਹੋ ਗਈ। ਕਿਹੜੇ ਸਮੇਂ ਵਿੱਚ ਹੋਈ, ਜਿਹੜੀ 18ਵੀਂ ਸਦੀ ਸੀਗੀ ਉਹਦੇ ਬਿਲਕੁਲ ਮਿਡਲ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ ਆ। ਵਿਚ ਮਾਰਕਡ ਦਾ ਐਂਡ ਆਫ ਦਾ ਮੈਡੀਵਲ ਪੀਰੀਅਡ, ਜਿਹਨੂੰ ਆਪਾਂ ਕੀ ਕਹਿੰਦੇ ਆ, ਮੈਡੀਵਲ ਪੀਰੀਅਡ ਦਾ ਐਂਡ ਕਹਿੰਦੇ ਆ। ਮੈਡੀਵਲ ਪੀਰੀਅਡ ਦਾ ਐਂਡ ਕਿਹਨਾਂ ਦੇ ਆਉਣ ਨਾਲ ਹੋਇਆ, ਬ੍ਰਿਟਿਸ਼ ਦੇ ਆਉਣ ਨਾਲ ਹੋਇਆ। ਦੇਖੋ ਪਹਿਲਾਂ ਆਪਾਂ ਇਹ ਦੇਖਿਆ ਕਿ ਹਿਸਟਰੀ ਨੂੰ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ ਗਿਆ। ਹੁਣ ਆਪਾਂ ਪੜ੍ਹ ਰਹੇ ਹਾਂ ਕਿ ਇਹਦੇ ਮੈਡੀਵਲ ਪੀਰੀਅਡ ਬਾਰੇ ਪੜ੍ਹ ਰਹੇ ਹਾਂ। ਜਿਹੜਾ ਮੈਡੀਵਲ ਪੀਰੀਅਡ ਆ ਨਾ ਉਹਨੂੰ ਵੀ ਅੱਗੇ ਦੇਖਦੇ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ। ਦਿਸ ਮੈਡੀਵਲ ਪੀਰੀਅਡ ਇਜ਼ ਫਰਦਰ ਡਿਵਾਈਡਡ ਇਨਟੂ 2 ਪਾਰਟਸ ਵਿੱਚ ਡਿਵਾਈਡ ਕੀਤਾ ਗਿਆ ਵਾ। ਕਿਹੜੇ 2 ਪਾਰਟਸ, अर्ली medieval period and later medieval period। The period from the 8th to the beginning of the 13th century is regarded as the early medieval period। अर्ली medieval period ਕਿਹੜਾ ਵਾ ਕਿ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਹੈ ਜਿਹੜੀ ਉਹਦੇ ਸਟਾਰਟਿੰਗ ਤੱਕ ਦਾ ਪੀਰੀਅਡ ਆ ਉਹਨੂੰ ਆਪਾਂ अर्ली medieval period ਕਹਿੰਦੇ ਆ। ਦੈਨ ਹੈਗਾ ਵਾ while the period from the 13th century to onward up to the 18th century is regarded as later medieval period। ਤੇ ਫਿਰ ਜਿਹੜਾ 13ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦਾ ਪੀਰੀਅਡ ਆ ਉਹਨੂੰ ਆਪਾਂ ਕੀ ਕਹਿੰਦੇ ਆ, ਲੇਟਰ ਮੈਡੀਵਲ ਪੀਰੀਅਡ। ਨੈਕਸਟ ਹੈ ਮੇਜਰ ਹਿਸਟਰੀਕਲ ਟ੍ਰੈਂਡਸ, ਮਤਲਬ ਕਿ ਪ੍ਰਮੁੱਖ ਇਤਿਹਾਸਿਕ ਜਿਹੜੀਆਂ ਰੁਚੀਆਂ ਨੇ, ਪ੍ਰਵਿਰਤੀਆਂ ਨੇ, ਉਹ ਕੀ ਨੇ। In the medieval period we find certain historical trends which differentiate
ਇਟ ਫਰੋਮ ਦਾ ਐਂਸੀਐਂਟ ਪੀਰੀਅਡ। ਕਹਿੰਦੇ ਅਸੀਂ ਮੱਧਕਾਲੀਨ ਯੁੱਗ ਵਿੱਚ ਨਾ ਪ੍ਰਮੁੱਖ ਜਿਹੜੇ ਹੈਗੇ ਆ ਇਤਿਹਾਸਿਕ ਪ੍ਰਵਿਰਤੀਆਂ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜਿਹੜੇ ਕੀ ਆ ਕਿ ਇਹਨੂੰ ਐਂਸੀਐਂਟ ਜਿਹੜੀ ਹਿਸਟਰੀ ਆ ਉਹਦੇ ਨਾਲੋਂ ਡਿਫਰੈਂਟ ਕਰਦੀਆਂ ਨੇ। ਠੀਕ ਆ, ਇਹਨਾਂ ਵਿੱਚ ਭਿੰਨਤਾ ਕਰਦੀਆਂ ਨੇ। ਫਸਟ ਦੇਖਦੇ ਹਾਂ, ਡਿਊਰਿੰਗ ਦਿਸ ਪੀਰੀਅਡ ਦਾ ਕਮਿੰਗ ਆਫ ਦਾ ਮੁਸਲਿਮ led to the growth of a composite culture. There was a lot of interaction between the Hindus and the Muslims. ਫਸਟ ਪੁਆਇੰਟ ਵਿੱਚ ਇਹਨਾਂ ਨੇ ਇਹ ਕਿਹਾ ਕਿ ਇਸ ਸਮੇਂ ਦੌਰਾਨ ਮੁਸਲਮਾਨਾਂ ਦੇ ਆਉਣ ਨਾਲ ਕੀ ਆ ਕਿ ਜਿਹੜੀ ਮਿਸ਼ਰਤ ਸੱਭਿਆਚਾਰ ਆ ਉਹਦਾ ਜਨਮ ਹੋਇਆ। ਇਸ ਸਮੇਂ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਦਾ ਇੱਕ ਦੂਜੇ 'ਤੇ ਕਾਫੀ ਪ੍ਰਭਾਵ ਪੈ ਗਿਆ। ਸੈਕਿੰਡ ਪੁਆਇੰਟ ਆਪਾਂ ਦੇਖਦੇ ਹਾਂ, ਮੋਸਟ ਆਫ ਦਾ ਲੈਂਗੁਏਜਸ ਪਾਰਟੀਕਲਰੀ ਹਿੰਦੀ, ਉਰਦੂ that we speak even today developed during this period। ਫਿਰ ਕਹਿੰਦੇ ਇਸ ਸਮੇਂ ਦੌਰਾਨ ਕੀ ਹੈ ਕਿ ਬਹੁਤ ਸਾਰੀਆਂ ਭਾਸ਼ਾਵਾਂ ਜਿਹਦੇ ਵਿੱਚ ਆਪਾਂ ਖਾਸ ਤੌਰ 'ਤੇ ਕਹੀਏ ਕਿ ਜਿਹੜੀਆਂ ਹੈਗੀਆਂ ਨੇ ਹਿੰਦੀ ਅਤੇ ਉਰਦੂ, ਉਹਨਾਂ ਦਾ ਜਿਹੜਾ ਹੈਗਾ ਵਾ ਬਹੁਤ ਜ਼ਿਆਦਾ ਵਿਕਾਸ ਹੋਇਆ, ਜਿਹੜੀਆਂ ਕਿ ਅਸੀਂ ਅੱਜ ਵੀ ਬੋਲਦੇ ਹਾਂ। ਥਰਡ ਪੁਆਇੰਟ ਦਿੱਤਾ ਹੋਇਆ, ਇਨ ਦਾ ਮੈਡੀਵਲ ਪੀਰੀਅਡ ਮੈਨੀ ਆਫ our social customs, traditions and religious beliefs have their origin। ਇਹ ਤੋਂ ਬਾਅਦ ਕੀ ਹੋਇਆ ਕਿ ਮੱਧਕਾਲੀਨ ਯੁੱਗ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਸਮਾਜਿਕ ਰੀਤੀ ਰਿਵਾਜਾਂ ਦਾ, ਰਵਾਇਤਾਂ, ਠੀਕ ਆ, ਅਤੇ ਧਾਰਮਿਕ ਜਿਹੜੇ ਵਿਸ਼ਵਾਸ ਆ ਉਹਨਾਂ ਦੀ ਉਤਪੱਤੀ ਹੋਈ ਆ। ਨੈਕਸਟ ਦੇਖਦੇ ਹਾਂ, ਦੇਅਰ ਵਾਜ਼ ਮੱਚ ਮੋਰ ਕੰਟੈਕਟ ਬਿਟਵੀਨ ਇੰਡੀਆ ਐਂਡ ਦਾ ਵਰਲਡ ਟ੍ਰੇਡ ਲੈਡ ਟੂ ਆ greater interaction of people from different parts of the world. There was a lot of give and take. India borrowed many things from the tradition of other countries। ਦੇਖੋ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੀ ਹੈ ਕਿ ਭਾਰਤ ਅਤੇ ਸੰਸਾਰ ਆ ਜਿਹੜਾ ਬਹੁਤ ਜ਼ਿਆਦਾ ਆਪਸੀ ਜਿਹੜੇ ਸੀਗੇ ਉਹਨਾਂ ਦੇ ਸੰਬੰਧ ਜਿਹੜੇ ਸੀਗੇ ਹੈ ਨਾ, ਕੰਟੈਕਟ ਜਿਹੜੇ ਸੀਗੇ ਉਹਨਾਂ ਦੇ ਇੱਕ ਦੂਜੇ ਨਾਲ ਸਥਾਪਿਤ ਹੋ ਗਏ ਸੀਗੇ। ਫਿਰ ਵਪਾਰ ਦੇ ਕਾਰਨ ਕੀ ਸੀਗਾ ਵੀ ਸੰਸਾਰ ਦੇ ਜਿਹੜੇ ਡਿਫਰੈਂਟ ਪਾਰਟਸ ਨੇ ਹੈ ਨਾ, ਲੋਕਾਂ ਵਿੱਚ ਕੀ ਆਪਸੀ ਸੰਪਰਕ ਪੈਦਾ ਹੋ ਗਿਆ ਉਹਨਾਂ ਦੇ ਵਿੱਚ। ਇਹ ਤੋਂ ਵੀ ਨੇ ਕੀ ਹੈ ਕਿ ਉਸ ਸਮੇਂ ਆਪਸੀ ਲੈਣ ਦੇਣ ਜਿਹੜਾ ਸੀ ਬਹੁਤ ਜ਼ਿਆਦਾ ਵੱਧ ਗਿਆ। ਭਾਰਤ ਦਾ ਜਿਹੜਾ ਸੀਗਾ ਉਹਨੇ ਹੋਰ ਦੇਸ਼ਾਂ ਦੇ ਰੀਤੀ ਰਿਵਾਜ ਜਿਹੜੇ ਸੀਗੇ ਹੈ ਨਾ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀ ਜਿਹੜੀ ਆਪਾਂ ਕਹਿ ਦਈਏ ਕਿ ਸਮੱਗਰੀ ਆ ਉਹਨੂੰ ਅਪਣਾ ਲਿਆ ਸੀਗਾ। फाइव नंबर पॉइंट है, द भक्ति एंड द सूफी सेंट्स brought about a better understanding of the basic principles of Hinduism and Islam। ਕਿ ਭਗਤੀ ਅਤੇ ਸੂਫੀ ਸੰਤ ਸੀ ਜਿਹੜੇ ਉਹਨਾਂ ਨੇ ਹਿੰਦੂ ਧਰਮ ਅਤੇ ਇਸਲਾਮ ਧਰਮ ਦੇ ਮੂਲ ਸਿਧਾਂਤਾਂ ਬਾਰੇ ਚੰਗੀ ਜਿਹੜੀ ਸੀਗੀ ਸੋਚ ਪੈਦਾ ਕੀਤੀ ਸੀ ਲੋਕਾਂ ਵਿੱਚ। ਡਿਊਰਿੰਗ ਦਿਸ ਪੀਰੀਅਡ ਦੇਅਰ ਵਾਜ਼ ਮਾਰਕਡ ਇੰਪਰੂਵਮੈਂਟ ਇਨ ਗ੍ਰੇਟ ਐਕਸਪੈਂਸ਼ਨ ਇਨ ਦਾ ਟ੍ਰੇਡ ਐਂਡ ਕਮਰਸ। ਇਸ ਕਾਲ ਦੇ ਦੌਰਾਨ ਵਪਾਰ ਅਤੇ ਵਣਜ ਦਾ ਵਿਕਾਸ ਕਰਨ ਲਈ ਵੀ ਕਹਿੰਦੇ ਵਿਸ਼ੇਸ਼ ਜਿਹੜੇ ਸੀਗੇ ਸੁਧਾਰ ਕੀਤੇ ਗਏ ਸੀਗੇ ਵਪਾਰ ਦੇ ਵਿੱਚ ਐਂਡ ਵਣਜ ਦੇ ਵਿੱਚ। ਹਾਂਜੀ, ਨੈਕਸਟ ਕੰਟੀਨਿਊ ਕਰਦੇ ਹਾਂ, ਹਿਸਟਰੀਕਲ ਸੋਰਸਸ ਦਾ ਹਿਸਟੋਰੀਅਨਸ ਡਿਪੈਂਡ ਔਨ ਆਰਕੀਓਲੋਜੀਕਲ ਐਂਡ ਲਿਟਰੇਰੀ ਸੋਰਸਸ ਅਬਾਊਟ ਦਾ ਇਨਫੋਰਮੇਸ਼ਨ ਆਫ ਮੈਡੀਵਲ ਪੀਰੀਅਡ। ਕਿ ਭਾਰਤੀ ਮੱਧਕਾਲੀਨ ਯੁੱਗ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੂੰ ਦੋ ਚੀਜ਼ਾਂ ਨੇ ਜਿਨ੍ਹਾਂ ਉੱਤੇ ਡਿਪੈਂਡ ਹੋਣਾ ਪਿਆ ਵਾ। ਫਸਟ ਹੈ ਆਰਕੀਓਲੋਜੀਕਲ ਐਂਡ ਦੈਨ ਅਦਰ ਹੈ ਲਿਟਰੇਰੀ ਜਿਹੜੇ ਸੋਰਸ ਨੇ ਉਹਨਾਂ ਦੇ ਉੱਪਰ। ਹਾਂਜੀ, ਨੈਕਸਟ ਜਿਹੜੇ ਸੋਰਸ ਨੇ ਆਪਾਂ ਉਹਨਾਂ ਨੂੰ ਕੰਟੀਨਿਊ ਕਰਦੇ ਹਾਂ, ਕਿਹੜੇ ਕਿਹੜੇ ਸੋਰਸ ਨੇ। ਫਸਟ ਹੈ ਜੀ ਇਹ ਪਾਰਟ ਆਰਕੀਓਲੋਜੀਕਲ ਸੋਰਸ। ਆਰਕੀਓਲੋਜੀਕਲ ਸੋਰਸ ਦੇ ਅੰਡਰ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਦੇਖਦੇ ਹਾਂ। Archaeological sources include ancient monuments, temples, inscriptions, coins, utensils, tools, weapons, ornaments and paintings extra। ਦੇਖੋ ਹੁਣ ਜਿਹੜੇ ਪੁਰਾਤਤਵ ਸਰੋਤ ਨੇ ਉਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਨੇ ਸ਼ਾਮਿਲ ਨੇ, ਇਹ ਚੀਜ਼ਾਂ ਇੰਪੋਰਟੈਂਟ ਨੇ ਆਪਣੇ ਲਈ। ਦੇਖੋ ਮਾਊਮੈਂਟਸ ਜਿਹੜੇ ਆਪਣੇ ਸਮਾਰਕ ਨੇ, ਫਿਰ ਟੈਂਪਲਸ ਜਿਹੜੇ ਮੰਦਰ ਨੇ, ਠੀਕ ਹੈ, ਇਨਸਕ੍ਰਿਪਸ਼ਨਸ ਜਿਹਨੂੰ ਆਪਾਂ ਕਹਿ ਦਈਏ ਸਿਲਾ ਲੇਖ, ਕੁਆਇਨਜ਼ ਸਿੱਕੇ, ਯੂਟੈਂਸਲਸ ਹੋ ਗਏ ਆਪਣੇ ਬਰਤਨ, ਐਂਡ ਟੂਲਸ ਹੋ ਗਏ ਜਿਹੜੇ ਵੀ ਸੰਦ ਉਸ ਟਾਈਮ ਦੇ ਮਿਲੇ ਨੇ, ਵੇਪਨਸ ਹੋ ਗਏ ਹਥਿਆਰ, ਔਰਨਾਮੈਂਟਸ ਹੋ ਗਏ ਜਿਹੜੇ ਗਹਿਣੇ ਮਿਲੇ ਨੇ, ਜਾਂ ਫਿਰ ਪੇਂਟਿੰਗਸ ਜਿਹੜੇ ਚਿੱਤਰ ਬਣੇ ਨੇ ਉਸ ਟਾਈਮ ਦੇ ਵਿੱਚ। ਇਹ ਸਾਰੇ ਕਿਹਦੇ ਅੰਡਰ ਆਉਂਦੇ ਨੇ? ਆਰਕੀਓਲੋਜੀਕਲ ਸੋਰਸ ਦੇ ਅੰਡਰ ਆਉਂਦੇ ਨੇ। ਇਹਨਾਂ ਨੂੰ ਅੱਗੇ ਆਪਾਂ ਡਿਟੇਲ 'ਚ ਡਿਸਕਸ ਕਰਦੇ ਹਾਂ। ਫਸਟ ਹੈ ਜੀ ਐਂਸੀਐਂਟ ਬਿਲਡਿੰਗਸ। ਦੇ ਇਨਕਲੂਡ ਟੈਂਪਲਸ ਲਾਈਕ, ਇਹਦੇ ਵਿੱਚ ਪਹਿਲਾਂ ਮੰਦਰ ਆ ਜਾਂਦੇ ਆ,
ਦੇਖੋ ਟੈਂਪਲਸ ਦੇ ਵਿੱਚ ਕੀ ਚੀਜ਼ ਆ, ਕਿਹੜੇ ਟੈਂਪਲ ਨੇ, ਲਾਈਕ ਖੁਜਰਾਹੋ, ਭੁਵਨੇਸ਼ਵਰਾ, ਕੋਨਾਰਕ ਐਕਸਟਰਾ। ਜਿਵੇਂ ਖੁਜਰਾਹੋ ਦਾ ਹੋ ਗਿਆ, ਭੁਵਨੇਸ਼ਵਰ ਦਾ, ਕੋਨਾਰਕ ਮੰਦਰ, ਇਹ ਸਾਰੇ ਕੀ ਨੇ, ਇੰਪੋਰਟੈਂਟ ਮੰਦਰ ਨੇ। ਮੋਸਕ ਲਾਈਕ ਜਾਮਾ ਮਸਜਿਦ ਐਂਡ ਮੋਤੀ ਮਸਜਿਦ, ਇਹ ਜਿਹੜੇ ਨੇ ਇਹ ਵੀ ਕੀ ਨੇ, ਮੈਡੀਵਲ ਜਿਹੜੇ ਨੇ ਸਮਾਰਕ ਨੇ। ਹਾਂਜੀ, ਇਹ ਜਿਹੜੇ ਆਪਣੇ ਮੂਮੈਂਟਸ ਨੇ ਉਹਨਾਂ ਨੂੰ ਅੰਡਰਲਾਈਨ ਕਰ ਰਹੀ ਹਾਂ ਮੈਂ। ਲਾਈਕ ਖੁਜਰਾਹੋ, ਭੁਵਨੇਸ਼ਵਰ, ਕੋਨਾਰਕ। ਇਹ ਤੋਂ ਬਿਨਾਂ ਮੋਸਕ ਮਸਜਿਦ ਕਿਹੜੀਆਂ ਨੇ, ਲਾਈਕ ਜਾਮਾ ਮਸਜਿਦ ਐਂਡ ਮੋਤੀ ਮਸਜਿਦ। ਐਂਡ ਫੋਰਟ, ਜਿਹੜੇ ਵੀ ਕਿਲੇ ਨੇ ਉਹ ਕਿਹੜੇ ਨੇ, ਰੈੱਡ ਫੋਰਟ ਐਂਡ ਆਗਰਾ ਫੋਰਟ। ਇਹ ਤੋਂ ਬਿਨਾਂ ਪਿਲਰਸ ਨੇ, ਲਾਈਕ ਕੁਤਬ ਮੀਨਾਰ ਹੋ ਗਿਆ, ਹੈ ਨਾ, ਪੈਲੇਸਿਸ ਹੋ ਗਏ, ਜੈਸਲਮੇਰ ਐਂਡ ਜੈਪੁਰ ਦੇ। ਇਹ ਸਾਰੇ ਕੀ ਨੇ, ਮੈਡੀਵਲ ਹਿਸਟਰੀ ਹੈ ਜਿਹੜੀ ਸਾਨੂੰ ਉਹਦੀ ਇਨਫੋਰਮੇਸ਼ਨ ਦਿੰਦੇ ਨੇ। ਨੈਕਸਟ ਆਪਾਂ ਪਿਕਚਰ ਦੇਖਦੇ ਹਾਂ ਕਿ ਇਹ ਜਿਹੜੀ ਹੈਗੀ ਆ ਮਹਾਦੇਵਾ ਟੈਂਪਲ ਆਫ ਖੁਜਰਾਹੋ ਦੇ ਮਹਾਦੇਵਾ ਜਿਹੜਾ ਟੈਂਪਲ ਆ ਉਹਦੀ ਪਿਕਚਰ ਆ। ਨੈਕਸਟ ਹੈਗਾ ਜੀ ਇਨਸਕ੍ਰਿਪਸ਼ਨਸ ਪ੍ਰੋਵਾਈਡ ਐਨ ਇੰਪੋਰਟੈਂਟ ਇਨਫੋਰਮੇਸ਼ਨ ਅਬਾਊਟ ਡਿਫਰੈਂਟ ਆਸਪੈਕਟ ਆਫ ਦਾ ਅਰਲੀ ਮੈਡੀਵਲ ਪੀਰੀਅਡ। ਇਹ ਹੈਗੇ ਨੇ ਆਪਣੇ ਅੱਗੇ ਸਿਲਾਲੇਖਾਂ ਤੋਂ ਸਾਨੂੰ ਕਹਿੰਦੇ ਮੁੱਢਲੇ ਮੱਧਕਾਲੀਨ ਯੁੱਗ ਦੀਆਂ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਨੇ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ, ਠੀਕ ਹੈ। ਦੇ ਆਲਸੋ ਪ੍ਰੋਵਾਈਡ ਅਸ ਇਨਫੋਰਮੇਸ਼ਨ ਅਬਾਊਟ ਇੰਪੋਰਟੈਂਟ events, dates and personal qualities of the rulers, about the specimens of art and the administration measures extra of this period। ਦੇਖੋ ਇਹਦੇ ਵਿੱਚੋਂ ਆਪਾਂ ਨੂੰ ਕਾਹਦੀ ਜਾਣਕਾਰੀ ਮਿਲਦੀ ਹੈ, ਕਹਿੰਦੇ ਉਸ ਟਾਈਮ ਦੇ ਜਿਹੜੇ ਵੀ ਪਰਸਨ ਨੇ, ਜਿਹੜੇ ਵੀ ਰਾਜੇ ਨੇ, ਈਵੈਂਟਸ ਘਟਨਾਵਾਂ ਬਾਰੇ, ਹੈ ਨਾ, ਡੇਟਸ ਬਾਰੇ, ਐਂਡ ਦਾ ਪਰਸਨਸ ਕੁਆਲਿਟੀਜ਼, ਉਹਨਾਂ ਦੇ ਕੀ ਜਿਹੜੇ ਸੀਗੇ ਵਿਅਕਤੀਗਤ ਗੁਣ ਸੀਗੇ। ਇਹ ਤੋਂ ਬਿਨਾਂ ਜਿਹੜੇ ਆਪਾਂ ਕਹਿ ਦਈਏ ਕਿ ਸਪੈਸੀਮਿਨਸ ਜਿਹੜੇ ਆਰਟ, ਹੈ ਨਾ, ਸਪੈਸੀਮਿਨਸ ਆਫ ਆਰਟ, ਕਿ ਜਿਹੜੇ ਕਲਾ ਦੇ ਅਲੱਗ ਤਰ੍ਹਾਂ ਦੇ ਨਮੂਨੇ ਨੇ, ਜਾਂ ਫਿਰ ਐਡਮਿਨਿਸਟ੍ਰੇਸ਼ਨ ਵਿੱਚ ਉਹਨਾਂ ਦਾ ਆ ਗਿਆ ਕਿ ਉਹਨਾਂ ਦਾ ਪ੍ਰਸ਼ਾਸਨ ਜਿਹੜਾ ਸੀ ਉਹ ਕਿਹੋ ਜਿਹਾ ਸੀਗਾ। ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦਿੰਦੇ ਆ ਇਹ ਸਾਨੂੰ ਜਿਹੜੇ ਇਨਸਕ੍ਰਿਪਸ਼ਨਸ ਨੇ, ਕਿਉਂਕਿ ਇਹਦੇ ਵਿੱਚ ਨਾ ਉਹਨਾਂ ਬਾਰੇ ਲਿਖਿਆ ਵੀ ਹੋਇਆ ਵਾ। ਹਾਂਜੀ, ਅੱਗੇ ਕੰਟੀਨਿਊ ਕਰਦੇ ਹਾਂ। ਕੋਇਨਸ, ਸਿੱਕੇ, ਜਿਹੜੇ ਸਿੱਕਿਆਂ ਦਾ ਹਰੇਕ ਸਮੇਂ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਆ। ਸਭ ਤੋਂ ਪਹਿਲਾਂ ਦੇਖਦੇ ਹਾਂ ਕੋਇਨਸ ਥਰੋ ਲਾਈਟ ਔਨ ਇੰਪੋਰਟੈਂਟ ਹਿਸਟਰੀਕਲ ਇਵੈਂਟਸ, ਡੇਟਸ ਐਂਡ personalities. Some coins give us an information about the economic condition of the country during this period। ਕਹਿੰਦੇ ਜਿਹੜੇ ਸਿੱਕੇ ਉਹ ਮੱਧਕਾਲੀਨ ਯੁੱਗ ਦੀਆਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ, ਹੈ ਨਾ, ਪ੍ਰਸਿੱਧ ਸ਼ਖਸੀਅਤਾਂ ਬਾਰੇ ਜਾਂ ਫਿਰ ਤਰੀਕਾਂ ਦੇ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਦਿੰਦੇ ਆ। ਉਹਦੇ ਵਿੱਚੋਂ ਕੁਝ ਕੀ ਨੇ ਸਿੱਕੇ ਉਸ ਸਮੇਂ ਦੀਆਂ ਜਿਹੜੀ ਆਰਥਿਕ ਦਸ਼ਾ ਬਾਰੇ ਵੀ ਜਾਣਕਾਰੀ ਦਿੰਦੇ ਆ ਕਿ ਲੋਕਾਂ ਦੀ ਇਕਨੋਮਿਕ ਲਾਈਫ ਆ ਜਿਹੜੀ ਉਹ ਕਿਹੋ ਜਿਹੀ ਸੀਗੀ। ਨੈਕਸਟ ਆਪਾਂ ਕੰਟੀਨਿਊ ਕਰਦੇ ਹਾਂ। Historians depend on literary sources as archaeological sources to know about Indian medieval period। ਕਿ ਭਾਰਤੀ ਮੱਧਕਾਲੀਨ ਯੁੱਗ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਤਿਹਾਸਕਾਰ ਪੁਰਾਤਤਵ ਸਰੋਤਾਂ ਦੇ ਨਾਲ ਕਿਹਨਾਂ 'ਤੇ ਡਿਪੈਂਡ ਕਰਦੇ ਆ ਕਿ ਲਿਟਰੇਰੀ ਸੋਰਸ ਨੇ ਜਿਹੜੇ ਉਹਨਾਂ 'ਤੇ ਵੀ ਕੀ ਆ ਕਿ ਨਿਰਭਰ ਕਰਦੇ ਨੇ ਉਹ। ਪੀਪਲ ਯੂਜ਼ਡ ਪੇਪਰ ਟੂ ਰਾਈਟ ਰਿਲੀਜੀਅਸ ਗ੍ਰੰਥਸ, ਅਕਾਊਂਟਸ ਆਫ ਰੂਲਰਸ, ਗੌਰਮੈਂਟ ਡਾਕੂਮੈਂਟਸ ਐਕਸਟਰਾ। ਕਿ ਲੋਕ ਜਿਹੜੇ ਸੀਗੇ ਉਸ ਯੁੱਗ ਦੇ ਵਿੱਚ ਉਹਨਾਂ ਨੇ ਜਿਹੜੀ ਸੀ ਕਾਗਜ਼ ਦੀ ਵਰਤੋਂ ਕੀਤੀ ਸੀ, ਕਾਹਦੇ ਲਈ, ਕਿ ਧਾਰਮਿਕ ਗ੍ਰੰਥ ਲਿਖਣ ਦੇ ਲਈ, ਠੀਕ ਹੈ, ਸ਼ਾਸਕਾਂ ਦਾ ਬਿਰਤਾਂਤ ਲਿਖਣ ਦੇ ਲਈ, ਸਰਕਾਰੀ ਜਿਹੜੇ ਸੀਗੇ ਡਾਕੂਮੈਂਟਸ ਉਹਨਾਂ ਨੂੰ ਲਿਖਣ ਦੇ ਲਈ। ਇਹ ਕਿਉਂ ਕੀਤੀ? ਬਿਕੋਜ਼ ਦਾ ਪ੍ਰਾਈਸ ਆਫ ਦਾ ਪੇਪਰ ਵਾਜ਼ ਰਿਡਿਊਸਡ ਇਨ ਦਾ ਮੈਡੀਵਲ ਪੀਰੀਅਡ। ਕਿਉਂਕਿ ਉਸ ਸਮੇਂ ਵਿੱਚ ਜਿਹੜਾ ਕਾਗਜ਼ ਸੀਗਾ ਉਹ ਕਾਫੀ ਸਸਤਾ ਹੋ ਗਿਆ ਸੀ ਅਤੇ ਕਾਫੀ ਮਾਤਰਾ ਵਿੱਚ ਪਾਇਆ। ਅਕਾਊਂਟ ਆਫ ਫੋਰਨ ਟਰੈਵਲਰਸ, ਕਿ ਵਿਦੇਸ਼ੀ ਯਾਤਰੀਆਂ ਦੇ ਜਿਹੜੇ ਲੇਖ ਆ ਉਹ ਵੀ ਇੱਕ ਤਰ੍ਹਾਂ ਦੇ ਲਿਟਰੇਰੀ ਸੋਰਸਿਸ ਨੇ। ਅਕਾਊਂਟ ਆਫ ਫੋਰਨ ਟਰੈਵਲਰਸ ਆਰ ਆਲਸੋ ਅਨਦਰ ਇੰਪੋਰਟੈਂਟ ਲਿਟਰੇਰੀ ਸੋਰਸ ਆਫ ਦਿਸ ਪੀਰੀਅਡ। ਮੱਧਕਾਲੀਨ ਯੁੱਗ ਦੌਰਾਨ ਯਾਤਰੀਆਂ ਦੁਆਰਾ ਲਿਖੇ ਗਏ ਜਿਹੜੇ ਲੇਖ ਆ ਉਹ ਹੋਰ ਮਹੱਤਵਪੂਰਨ ਸਾਹਿਤਕ ਸਰੋਤ ਨੇ। ਮੁਸਲਿਮ ਟਰੈਵਲਰਸ ਵਿਜ਼ਿਟਿੰਗ ਇੰਡੀਆ ਰੋਟ ਐਨ ਅਕਾਊਂਟ ਆਫ ਦੇਅਰ ਟਰੈਵਲਸ। ਜਿਹੜੇ ਮੁਸਲਮਾਨ ਯਾਤਰੀ ਸੀਗੇ ਉਹ ਵੀ ਇਸ ਸਮੇਂ ਜਿਹੜੇ ਭਾਰਤ ਆਏ ਸੀ ਉਹਨਾਂ ਨੇ ਆਪਣੀ ਯਾਤਰਾ ਦੇ ਬਾਰੇ ਲੇਖ ਲਿਖੇ ਆ। ਇਬਨ ਬਤੂਤਾਜ਼ ਕਿਤਾਬ ਉਲ ਰਹਿਲਾ ਅਕਾਊਂਟ ਡਿਸਕ੍ਰਾਈਬ ਦਾ ਰੀਜਨ ਆਫ ਮੁਹੰਮਦ ਬਿਨ ਤੁਗਲਕ। ਜਿਵੇਂ ਕਿ ਇਬਨ ਬਤੂਤਾ ਨੇ ਜਿਹੜੀ ਸੀਗੀ ਕਿਤਾਬ ਉਲ ਰਹਿਲਾ ਲੇਖ ਦੇ ਵਿੱਚ ਮੁਹੰਮਦ ਬਿਨ ਤੁਗਲਕ ਦੇ ਰਾਜਕਾਲ ਬਾਰੇ ਜਾਣਕਾਰੀ ਜਿਹੜੀ ਆਪਾਂ ਨੂੰ ਮਿਲਦੀ ਆ ਉਹਦੇ ਤੋਂ। ਅਲ ਬਰੂਨੀ ਆਲਸੋ ਰੋਟ ਐਨ ਅਕਾਊਂਟ ਅਬਾਊਟ ਹਿਜ ਸਟੇ ਇਨ ਇੰਡੀਆ।
ਜਿਹੜਾ ਅਲ ਬਰੂਨੀ ਸੀ ਉਹਨੇ ਵੀ ਆਪਣੇ ਭਾਰਤ ਵਿੱਚ ਠਹਿਰਨ ਬਾਰੇ ਜਿਹੜੇ ਸੀਗਾ ਲੇਖ ਲਿਖਿਆ ਸੀ। ਅਬਦੁਲ ਰਜ਼ਾਕ ਵਿਜ਼ਿਟਡ ਦਾ ਕਿੰਗਡਮ ਆਫ ਵਿਜੇਨਗਰ ਐਂਡ ਰੋਟ ਅਬਾਊਟ ਦਾ ਕੰਡੀਸ਼ਨਸ ਇਨ ਦਾ ਕਿੰਗਡਮ। ਜਿਹੜਾ ਅਬਦੁਲ ਰਜ਼ਾਕ ਸੀਗਾ ਉਹ ਵੀ ਵਿਜੇਨਗਰ ਰਾਜ ਦੀ ਯਾਤਰਾ ਕਰਕੇ ਜਿਹੜੀ ਸੀ ਉਹਨੇ ਕੀਤੀ ਸੀ, ਅਤੇ ਉਸ ਸਮੇਂ ਰਾਜ ਦੀ ਜਿਹੜੀ ਵੀ ਮੌਜੂਦਾ ਸਥਿਤੀ ਸੀ ਉਹਦੇ ਬਾਰੇ ਉਹਨੇ ਲੇਖ ਲਿਖਿਆ। Beside this, the account written by European travelers throw light on the conditions in India during their visit। ਇਹ ਤੋਂ ਬਿਨਾਂ ਹੁਣ ਕੀ ਸੀਗਾ ਕਿ ਜਿਹੜੇ ਯੂਰਪੀਅਨ ਯਾਤਰੀ ਸੀ ਉਹਨਾਂ ਨੇ ਵੀ ਭਾਰਤ ਵਿੱਚ ਆਪਣੀ ਯਾਤਰਾ ਦੇ ਸਮੇਂ ਲਿਖੇ ਗਏ ਜਿਹੜੇ ਲੇਖ ਆ ਉਸ ਸਮੇਂ ਦੇ ਭਾਰਤ ਦੀ ਦਸ਼ਾ ਬਾਰੇ ਸਾਨੂੰ ਜਾਣਕਾਰੀ ਦਿੰਦੇ ਆ। ਨੈਕਸਟ ਹੈ ਆਪਣਾ ਪੇਂਟਿੰਗ ਇਨ ਐਡੀਸ਼ਨ ਟੂ ਗਿਵਿੰਗ ਜਨਰਲ ਇਨਫੋਰਮੇਸ਼ਨ। ਜਿਹੜੀਆਂ ਪੇਂਟਿੰਗਸ ਨੇ ਮੰਨਦੇ ਆ ਕਿ ਉਹਨਾਂ ਵਿੱਚੋਂ ਸਾਨੂੰ ਕੀ ਆ ਕਿ ਆਮ ਜਿਹੜੀ ਹੈਗੀ ਆ ਜਾਣਕਾਰੀ ਮਿਲਦੀ ਆ, ਬਟ ਉਹਦੇ ਨਾਲ ਨਾਲ ਕੀ ਆ ਕਿ ਦੇ ਆਲਸੋ ਗਿਵ ਅਸ ਨੌਲੇਜ ਅਬਾਊਟ ਦਾ ਡਿਵੈਲਪਮੈਂਟ ਆਫ ਆਰਟ, ਸਪੈਸ਼ਲੀ ਦਾ ਆਰਟ ਆਫ ਪੇਂਟਿੰਗ ਡਿਊਰਿੰਗ ਦਾ ਮੈਡੀਵਲ ਪੀਰੀਅਡ। ਇਹ ਤੋਂ ਬਿਨਾਂ ਖਾਸ ਜਾਣਕਾਰੀ ਜਿਹੜੀ ਕੀ ਮਿਲਦੀ ਹੈ ਕਿ ਉਸ ਸਮੇਂ ਦੇ ਕਲਾ ਦੇ ਵਿਕਾਸ ਬਾਰੇ, ਖਾਸ ਕਰਕੇ ਉਸ ਸਮੇਂ ਦੀ ਜਿਹੜੀ ਚਿੱਤਰਕਾਰੀ ਆ ਉਹ ਸਾਨੂੰ ਜਾਣਕਾਰੀ ਦਿੰਦੀ ਆ। ਨੈਕਸਟ ਹੈਗਾ ਜੀ ਮਿਊਜ਼ਿਕ। ਅਲੋਂਗ ਵਿਦ ਪੇਂਟਿੰਗ, ਮਿਊਜ਼ਿਕ ਇਜ਼ ਆਲਸੋ ਆ ਗੁੱਡ ਸੋਰਸ ਆਫ ਹਿਸਟਰੀਕਲ ਨੌਲੇਜ। ਚਿੱਤਰਕਾਰੀ ਦੇ ਨਾਲ ਨਾਲ ਜਿਹੜਾ ਸੰਗੀਤ ਉਹ ਵੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਚੰਗਾ ਸਰੋਤ ਆ। ਦਾ ਮੁਗਲ ਰੂਲਰਸ ਐਕਸੈਪਟ ਔਰੰਗਜ਼ੇਬ, ਇਹ ਇੰਪੋਰਟੈਂਟ ਹੈ ਲਰਨ ਕਰਨ ਵਾਲਾ ਕਿ ਜਿਹੜਾ ਔਰੰਗਜ਼ੇਬ ਸੀਗਾ ਨਾ ਉਹ ਜਿਹੜਾ ਸੀਗਾ ਸਾਰੇ ਮੁਗਲ ਆਪਾਂ ਕਹਿ ਦਈਏ ਨਾ ਰਾਜਿਆਂ ਨੂੰ ਛੱਡ ਕੇ ਓਨਲੀ ਔਰੰਗਜ਼ੇਬ ਇਹੋ ਜਿਹਾ ਸੀਗਾ ਜਿਹਨੂੰ ਮਿਊਜ਼ਿਕ ਪਸੰਦ ਨਹੀਂ ਹੈਗਾ ਸੀ, ਉਹ ਸੰਗੀਤ ਪ੍ਰੇਮੀ ਨਹੀਂ ਸੀਗਾ। ਠੀਕ ਹੈ, ਦੇਅਰ ਫੋਰ ਮਿਊਜ਼ਿਕ ਡਿਵੈਲਪਡ ਡਿਊਰਿੰਗ ਦੇਅਰ ਰੀਜਨ। ਪਰ ਫਿਰ ਵੀ ਕਹਿੰਦੇ ਜਿਹੜਾ ਮੱਧਕਾਲੀਨ ਭਾਰਤ ਸੀ ਉਹਦੇ ਵਿੱਚ ਜਿਹੜਾ ਸੀਗਾ ਸੰਗੀਤ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਸੀਗੀ, ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਸੀ ਉਹਦੀ। ਅਕਬਰ ਪੈਟਰੋਨਾਈਜ਼ਡ ਮੈਨੀ ਮਜੀਸ਼ੀਅਨਸ। ਅਕਬਰ ਇੱਕ ਇੱਦਾਂ ਦਾ ਸ਼ਾਸਕ ਸੀ ਜਿਹਨੇ ਜਿਹੜਾ ਸੀਗਾ ਮਿਊਜ਼ਿਕ ਨੂੰ ਬਹੁਤ ਜ਼ਿਆਦਾ ਸਰਪ੍ਰਸਤੀ ਦਿੱਤੀ ਸੀ। ਅਮੰਗ ਦੇਮ ਤਾਨਸੈਨ ਬਾਜ ਆ ਫੇਮਸ ਮਜੀਸ਼ੀਅਨ। ਜਿਹੜਾ ਤਾਨਸੈਨ ਸੀ ਨਾ ਉਹ ਅਕਬਰ ਦੇ ਦਰਬਾਰ ਦਾ ਇੱਕ ਫੇਮਸ ਮਜੀਸ਼ੀਅਨ ਆਪਾਂ ਕਹਿ ਦਈਏ ਜਿਵੇਂ ਮਜੀਸ਼ੀਅਨ ਸੀਗਾ, ਸੰਗੀਤਕਾਰ ਸੀਗਾ। ਦਸ ਮਿਊਜ਼ਿਕ ਆਲਸੋ ਇਜ਼ ਅ ਗੁੱਡ ਸੋਰਸ ਆਫ ਹਿਸਟਰੀਕਲ ਨੌਲੇਜ। ਮਿਊਜ਼ਿਕ ਆ ਜਿਹੜਾ ਉਹ ਵੀ ਇੱਕ ਇਤਿਹਾਸ ਦਾ ਚੰਗਾ ਸਰੋਤ ਆ ਜਾਣਕਾਰੀ ਦੇਣ ਲਈ। ਇਟ ਪੁਆਇੰਟਸ ਆਊਟ ਟੂ ਦਾ ਫਿਊਜ਼ਨ ਆਫ ਦਾ ਹਿੰਦੂ ਐਂਡ ਮੁਸਲਿਮ ਕਲਚਰ। ਇਹ ਹਿੰਦੂ ਅਤੇ ਮੁਸਲਿਮ ਸੱਭਿਆਚਾਰ ਦੇ ਮਿਸ਼ਰਣ ਵੱਲ ਸੰਕੇਤ ਕਰਦਾ ਵਾ। ਦਿਸ ਇਜ਼ ਦਾ ਪਿਕਚਰ ਆਫ ਪੇਂਟਿੰਗ ਆਫ ਮੈਡੀਵਲ ਪੀਰੀਅਡ ਐਂਡ ਦਿਸ ਇਜ਼ ਦਾ ਫੇਮਸ ਮਜੀਸ਼ੀਅਨ ਆਫ ਤਾਨਸੈਨ। ਆਈ ਹੋਪ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ। ਮੈਂ ਇਸ ਤਰ੍ਹਾਂ ਤੁਹਾਨੂੰ NCERT ਦੇ ਆਲ ਲੈਸਨਸ ਕੰਪਲੀਟ ਕਰਵਾਵਾਂਗੀ। ਸਾਡੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਆਵਰ ਚੈਨਲ। ਥੈਂਕ ਯੂ।